सत श्री अकाल। मैं हाँ गगनदीप आहूजा, पीटीसी न्यूज़ ਤੇ ਤੁਹਾਡਾ ਸਵਾਗਤ ਹੈ। गर्मी ने अपना जोर फड़ लिया है, प्रकोप शुरू हो चुका है और हीट वेव्स जड़ियाँ ने नॉर्दर्न इंडिया खास करके बहुत चल रही ने और गर्मी ਵਧਣ कारण लोग अपने अपने घरां च महदूद हो रहे हैं और एयर कंडीशन की हवा का आनंद माण रहे हैं। अपलाइंसिस ਵਧਣ नाल एयर कंडीशनिंग ਵਧਣ नाल पावर की डिमांड ने भी जोर फड़ लिया और पंजाब जिहड़ा कि हमेशा ही पावर की डिमांड के निशाने ते रहा है भी किस तरीके अपनी पावर की डिमांड को पूरा करेगा और एग्रीकल्चर सैक्टर से खास तौर पर झोने की बिजाई होनी है, उत्थों डिमांड जी है उदों बहुत ही पीक होनी है। और फिलहाल आप गल कर रहे हैं पंजाब बारे, पंजाब के पावर ते साडे नाल मौजूद ने पंजाब सैक्टर रिफॉर्म्स फॉर्म के कन्वीनर इंजीनियर भुपिंदर सिंह जी। भुपिंदर सिंह तुहाडा बहुत बहुत स्वागत है जी। थैंक यू जी, धन्यवाद सारे दर्शकों को मेरे वालों सत श्री अकाल। भुपिंदर जी, सब तो पहला सवाल एक तुहाडे तो है भी की स्थिति है पावर की पंजाब च? आहूजा साहब, जिहड़ी स्थिति है जे आपां उहनूं लफ्ज़ां च बयान करना होवे तो नाजुक स्थिति है। पिछले साल डिमांड जिहड़ी है वो 15,400 मैगावाट हुई, ਉਹਦੇ ਅਗੇਂਸਟ ਅਸੀਂ 13,431 ਮੈਗਾਵਾਟ ਹੀ ਪਾਵਰ ਜਿਹੜੀ ਹੈ ਦੇ ਪਾਏ। ਤਕਰੀਬਨ 1900 ਤੋਂ 2000 ਮੈਗਾਵਾਟ ਜਿਹੜੀ ਹੈ ਉਹ ਪਾਵਰ ਦੀ ਜਿਹੜੀ ਹੈ ਡਿਮਾਂਡ ਤੇ ਸਪਲਾਈ 'ਚ ਜਿਹੜਾ ਪਾਰਟ ਸੀਗਾ, ਡੈਫਿਸਿਟ ਸੀ, ਹਾਂਜੀ, ਉਹਦੇ ਕਾਰਨ ਪਿਛਲੇ ਸਾਲ ਕਈ ਸਾਲਾਂ ਤੋਂ ਬਾਅਦ 5-7 ਉਹ ਤੋਂ ਪਹਿਲੇ 5-6 ਸਾਲ ਸਾਡੇ ਕੋਈ ਪਾਵਰ ਕੱਟ ਨਹੀਂ ਲੱਗੇ ਸੀਗੇ ਤੇ ਉਹਦੇ ਵੱਡੇ ਪੱਧਰ ਤੇ ਕੱਟ ਲਾਣੇ ਪਏ। ਐਲਐਸ ਇੰਡਸਟਰੀ ਬੰਦ ਕਰਨੀ ਪਈ, ਡੋਮੈਸਟਿਕ ਕਮਰਸ਼ੀਅਲ ਸੈਕਟਰ ਜਿਹੜਾ ਹੈ ਉੱਤੇ 6-6 7-7 ਘੰਟੇ ਦੇ ਪਾਵਰ ਕੱਟ ਪਿਛਲੀ ਗਰਮੀਆਂ 'ਚ ਲੱਗੇ ਤੇ ਲੋਕਾਂ ਨੇ ਧਰਨੇ ਮੁਜ਼ਾਹਰੇ ਬੜੇ ਕਰਨੇ ਪਏ ਲੋਕਾਂ ਨੂੰ ਨਾ, ਕਿਉਂਕਿ ਇੱਕਦਮ ਬੜੇ ਪੰਜਾਬ 'ਚ ਇੱਕ ਨਵੀਂ ਗੱਲ ਹੋਈ ਸੀ। ਸੋ ਪਿਛਲੇ ਸਾਲ ਅਕਤੂਬਰ 'ਚ ਵੀ ਸਾਨੂੰ ਕੋਲੇ ਦੇ ਕਾਰਨ ਬਿਜਲੀ ਦੀ ਸ਼ਾਰਟੇਜ ਆਈ। ਪਰ ਅਪ੍ਰੈਲ 'ਚ ਤਾਂ ਕਾਫੀ 40% ਦੇ ਕਰੀਬ ਇਨਕਰੀਜ਼ ਹੋਈ ਡਿਮਾਂਡ। ਹੁਣ ਵੀ ਅੱਜ ਮਈ 14 ਮਈ ਹੋ ਗਈ, ਹੁਣ ਵੀ ਡਿਮਾਂਡ ਅੱਜ ਦੀ ਜੇ ਆਪਾਂ ਗੱਲ ਕੀਤੀ ਜਾਵੇ ਤਾਂ ਭਾਵੇਂ ਕਿ ਸਪਲਾਈ ਦਾਅਵਾ ਕਰ ਰਿਹਾ ਪਾਵਰਕਾਮ 10,500 10,600 ਦੇ ਰਿਹਾ, ਪਰ ਡਿਮਾਂਡ ਤਾਂ ਕਿਤੇ ਜ਼ਿਆਦਾ। ਕਈ ਥਾਂ 'ਤੇ ਪਾਵਰ ਕੱਟ ਲੱਗ ਰਹੇ। 62 ਜਿਹੜੇ ਨੇ ਸਾਨੂੰ ਸੂਚਨਾ ਜੋ ਮਿਲੀ ਹੈ ਪਾਵਰਕਾਮ ਤੋਂ 62 ਫੀਡਰਸ ਜਿਹੜੇ ਨੇ 11 ਕਿਲੋਵਾਟ ਦੇ ਅੱਜ ਬੰਦ ਰੱਖੇ ਗਏ ਨੇ ਡਿਊ ਟੂ ਸਰਟਨ ਰੀਜ਼ਨਸ। ਦੇਖੋ ਕੱਲ ਤਕਰੀਬਨ 11,000 ਮੈਗਾਵਾਟ ਲੋਡ ਤੱਕ ਗਿਆ, ਜਿਹੜਾ ਕਿ 35 ਤੋਂ 40% ਕੋਰਸਪੋਂਡਿੰਗ ਡੇ ਔਰ ਆਫ ਦੀ ਮੰਥ ਪਿਛਲੇ ਸਾਲ ਨਾਲੋਂ ਜ਼ਿਆਦਾ ਸੀਗਾ। ਸੋ ਡਿਮਾਂਡ ਜਿਹੜੀ ਹੈ ਬਹੁਤ ਵੱਧ ਰਹੀ ਹੈ ਔਰ ਜੋ ਹੁਣ ਅਪ੍ਰੈਲ ਲਾਸਟ ਵੀਕ ਤੇ ਮਈ 'ਚ ਦੇਖਿਆ, ਹੁਣ ਤਾਂ ਇਸ ਵੇਲੇ 17,000 ਮੈਗਾਵਾਟ ਵੀ ਡਿਮਾਂਡ ਜਿਹੜੀ ਹੈ ਕ੍ਰਾਸ ਕਰ ਜਾਏਗੀ। ਸੋ ਪੀਐਸਪੀਸੀਐਲ ਕੋਲ ਤਾਂ ਇਹ ਜੇ ਇੰਤਜ਼ਾਮ ਨਹੀਂ ਹੈ। ਪੀਐਸਪੀਸੀਐਲ ਕੀ ਅਸੀਂ ਫੋਰਸ ਹੀ ਨਹੀਂ ਕੀਤਾ ਸੀਗਾ ਜੀ ਇੰਨਾ ਇੰਨੀ ਡਿਮਾਂਡ ਵਧੇਗੀ? ਫੋਰਸੀ ਜਦ ਜੇ ਅਸੀਂ ਲਾਈਏ ਪੀਐਸਪੀਸੀਐਲ ਦੇ ਜਿਹੜੇ ਸੀਐਮਡੀ ਸਾਹਿਬ ਉਹਨਾਂ ਦੇ ਬਿਆਨ ਜਾਂ ਇਹਨਾਂ ਨੇ ਆਪਣੇ ਜੋ ਪ੍ਰੈਸ 'ਚ ਦਿੱਤਾ ਕਿ 15,000 ਮੈਗਾਵਾਟ ਡਿਮਾਂਡ ਐਕਸਪੈਕਟਡ ਹੈ। ਸੋ ਫੋਰਸੀ ਤਾਂ ਇਹਨਾਂ ਨੇ ਕਿਸੇ ਇਹਨਾਂ ਦੀ ਜੋ ਪਾਲਿਸੀ ਰਹੀ ਉਹ ਡਿਮਾਂਡ ਨੂੰ ਇਹਨਾਂ ਨੇ ਅੰਡਰ ਪ੍ਰੋਜੈਕਟ ਕੀਤਾ। ਉਸ ਨੂੰ ਜਿਹੜੀ ਨਾ ਐਵੇਂ ਸੁਖਾਵੀਂ ਇੱਕ ਜਿਹੜੀ ਆ ਪਿਕਚਰ ਸਰਕਾਰ ਸਟੇਟ ਸਰਕਾਰ ਦੇ ਸਾਹਮਣੇ ਵੀ ਪੇਸ਼ ਕੀਤੀ ਗਈ, ਰੋਜ਼ੀ ਪਿਕਚਰ ਹੋਏਗੀ, ਪੈਡੀ 'ਚ ਵੀ ਕੋਈ ਪ੍ਰੋਬਲਮ ਹੋਏਗੀ ਔਰ ਟੋਟਲੀ ਜਿਹੜੀਆਂ ਉਹ ਪ੍ਰੈਡਿਕਸ਼ਨਸ ਨੇ ਉਹ ਐਕਸਪੋਜ਼ ਹੋ ਚੁੱਕੀਆਂ ਨੇ। ਮੁੱਦੇ ਤੇ ਆ ਰਿਹਾ ਵੀ ਪਾਵਰ ਕੱਟਸ ਅੱਜ ਤੋਂ ਪਹਿਲਾਂ ਅਸੀਂ ਦੇਖਦੇ ਸੀਗੇ ਪੱਖੀਆਂ ਚੱਲਦੇ ਸੀਗੇ ਔਰ 14 ਜਾਂ 15 ਜਦੋਂ ਪਾਵਰ ਪਲਾਂਟਸ ਐਡ ਹੋਏ ਨੇ ਪੰਜਾਬ, ਉਸ ਤੋਂ ਬਾਅਦ 5-7 ਸਾਲ ਕਾਫੀ ਸੁਖਾਵਾਂ ਰਿਹਾ। ਹੁਣ ਇਹ ਮਤਲਬ ਪਾਵਰ ਕੱਟਸ ਕਿਉਂ ਲੱਗ ਰਹੇ ਨੇ? ਤੁਸੀਂ ਦੱਸ ਹੀ ਰਹੋ ਰੀਜ਼ਨ ਕਿਉਂ ਲੱਗ ਰਹੇ ਨੇ, ਬਟ ਇਹਦਾ ਇੰਤਜ਼ਾਮ ਕੀ ਹੋਏਗਾ, ਫਿਊਚਰ ਕੀ ਹੋਏਗਾ? ਦੇਖੋ ਇਸ ਤਰ੍ਹਾਂ ਜੀ, ਜੇ ਪਾਵਰ ਕੱਟ ਕਿਉਂ ਲੱਗ ਰਿਹਾ ਉਹਦਾ ਜੇ ਮੈਂ ਇੱਕ ਲਾਈਨ 'ਚ ਜਵਾਬ ਦੇਵਾਂ ਤਾਂ ਇਹ ਹੈ ਕਿ ਬੇਉਦਮੀ ਜਿਹੜੀ ਹੈ ਨਾ ਜੀ ਉਹ ਹੈ। ਤੁਹਾਨੂੰ ਅੰਦਾਜ਼ਾ ਹੋਣਾ ਚਾਹੀਦਾ ਪਾਲਿਸੀ ਪਲੈਨਰਸ ਨੂੰ ਵੀ ਆਉਣ ਵਾਲੇ ਸਾਲਾਂ 'ਚ ਡਿਮਾਂਡ ਕੀ ਜਾਏਗੀ। ਨੰਬਰ 1। ਨੰਬਰ 2 ਨਾ ਇੱਕ ਬੜੀ ਹੋਰ ਚੀਜ਼ਾਂ ਨੇ। ਸਾਡੇ ਬੜੇ ਸੋ ਕਾਲਡ ਐਕਸਪਰਟਸ ਨਾਲ ਤੁਸੀਂ ਵੀ ਸੁਣਿਆ ਹੋਣਾ, ਉਹਨਾਂ ਨੇ ਨਾ ਇੱਕ ਧਾਰਨਾ ਇੱਕ ਆਈ ਵੀ ਕੋਈ ਕਹਿੰਦਾ ਸੀਗਾ ਵੀ ਆ ਜਿਹੜੇ 4,000 ਮੈਗਾਵਾਟ ਹੈ ਇਹ ਵੀ ਨਹੀਂ ਹੋਣੀ ਚਾਹੀਦੀ, 2,000 ਮੈਗਾਵਾਟ ਹੈ ਨਾ ਹੁੰਦੇ। ਜੇ 2,000 ਮੈਗਾਵਾਟ ਇਸ ਵੇਲੇ ਘੱਟ ਹੁੰਦੇ ਉਹ ਜਿਹੜੇ ਹੈ ਪ੍ਰਾਈਵੇਟ ਵਾਲੇ ਪਲਾਂਟ ਵੀ ਜਿਹੜੇ ਪਲਾਂਟ ਨੇ, ਤੇ ਪੰਜਾਬ ਦਾ ਕੀ ਹਾਲ ਹੁੰਦਾ ਜੀ। ਦੂਜੀ ਉਹ ਗੱਲ ਕਹਿੰਦੇ ਕੀ ਲੋੜ ਹੈ ਜੀ ਆ ਪਲਾਂਟ ਲਾਉਣ ਦੀ, ਗ੍ਰਿਡ ਤੋਂ ਲੈ ਲਓ ਬਿਜਲੀ। ਹੁਣ ਗ੍ਰਿਡ ਤੋਂ ਕਿਤੇ ਬਿਜਲੀ ਮਿਲਦੀ ਹੈ? ਜੇ ਮਿਲਦੀ ਵੀ ਹੈ
ਪਿਛਲੇ ਸਮਰ ਸਾਨੂੰ ਕਪੈਸਿਟੀ ਨਹੀਂ ਹੈਗੀ, ਟ੍ਰਾਂਸਮਿਸ਼ਨ 18 ਕਪੈਸਿਟੀ। ਤੋਂ 20 ਰੁਪਏ ਪਰ ਯੂਨਿਟ ਸਾਨੂੰ ਤਕਰੀਬਨ 3000 ਕਰੋੜ ਰੁਪਏ ਦੀ ਬਿਜਲੀ ਸਾਨੂੰ ਲੈਣੀ ਪਈ, ਜਿਹਦੇ ਨਾਲ ਸਾਡਾ ਸਾਰੇ ਫਾਈਨੈਂਸਿਸ ਖਰਾਬ ਹੋ ਗਏ। ਅਪ੍ਰੈਲ ਮਹੀਨੇ 'ਚ ਵੀ ਅਸੀਂ 344 ਕਰੋੜ ਦੀ ਬਿਜਲੀ ਲਈ 10 ਰੁਪਏ 62 ਪੈਸੇ ਦੇ ਰੇਟ ਨਾਲ। ਸੋ ਇਹ ਜਿਹੀਆਂ ਸ਼ਾਰਟ ਸਾਈਟਡ ਅਪਰੋਚ, ਸ਼ਾਰਟ ਸਾਈਟਡ ਥਿੰਕਿੰਗ ਜਿਹੜੇ ਕਹਿਣ ਨੂੰ ਆਪਣੇ ਆਪ ਨੂੰ ਐਕਸਪਰਟ ਕਹਿੰਦੇ ਆ, ਪੂਰੀ ਤਰ੍ਹਾਂ ਐਕਸਪੋਜ਼ ਹੋ ਗਏ। ਉਹਨਾਂ ਬੰਦਿਆਂ ਨੂੰ ਜਿਹੜਾ ਸਾਈਡਲਾਈਨ ਕਰਕੇ ਜਿਹੜੀ ਅਸੀਂ ਲੌਂਗ ਟਰਮ ਵਿਜ਼ਨ ਦੇ ਹਿਸਾਬ ਨਾਲ ਜੇ ਪਾਵਰ ਸੈਕਟਰ ਨੂੰ ਨਹੀਂ ਅਸੀਂ ਅੱਗੇ ਵਧਾਵਾਂਗੇ, ਪਲਾਨ ਨਹੀਂ ਕਰਾਂਗੇ, ਤੇ ਆਉਣ ਵਾਲੇ ਸਾਲ ਵੀ ਜਿਹੜਾ ਇਹ ਬਿਜਲੀ ਦੀ ਘਾਟ ਘਟਣੀ ਹੈ। ਸੋ ਜੇ ਇਹ ਜੀ ਆਪਾਂ ਸੋਚ ਰੱਖਦੇ ਆ ਤੇ ਉਹ ਫਿਰ ਪਾਵਰ ਸੈਕਟਰ ਲਈ ਅੱਛਾ ਨਹੀਂ। ਜਿਹੜੀ ਗੱਲ ਤੁਸੀਂ ਕਹੀ, ਇਹ ਹਰ ਸਾਲ 500 ਤੋਂ 1000 ਮੈਗਾਵਾਟ ਜਿਹੜਾ ਲੋਡ ਵਧਣਾ ਹੈ, ਉਹਦੀ ਸਾਨੂੰ ਐਡਵਾਂਸ ਪਲੈਨਿੰਗ ਕਰਨੀ ਪਏਗੀ ਤੇ ਅਸੀਂ ਜਨਰੇਸ਼ਨ ਸਮਰੱਥਾ ਪਲੈਨਿੰਗ ਕੀ ਹੈ ਆਪਣੇ ਕੋਲ? ਆਪਣੇ ਤਾਂ ਐਡੇ ਪਲਾਂਟ ਲੱਗ ਚੁੱਕੇ ਨੇ, ਹੋਰ ਪਲਾਂਟ ਲਾਈਏ ਥਰਮਲ ਪਲਾਂਟ ਆਪਾਂ? ਪਲਾਂਟ ਦੇਖੋ ਜੀ, ਇਹ ਹੈ ਪਲੈਨਿੰਗ ਤੇ ਹੈ। ਇੱਕ ਤਾਂ ਇਹ ਇਹਨਾਂ ਨੇ 500-700 ਮੈਗਾਵਾਟ ਦੀ ਐਤਕੀ ਰਿਲੀਫ ਆਏਗੀ ਜੇ ਆਏਗੀ ਕਿ ਟਰਾਂਸਮਿਸ਼ਨ ਕੋਰੀਡੋਰ ਕੈਪੈਸਿਟੀ ਅਸੀਂ ਵਧਾ ਲਈ, ਪਰ ਉਹ ਵੀ ਬਿਜਲੀ ਮਿਲੇਗੀ ਤਾਂ ਹੈ ਨਾ ਜੀ, ਅਦਰਵਾਈਜ਼ ਉਹਦਾ ਚਲੋ 50 ਨਹੀਂ ਬਿਜਲੀ ਮਿਲ ਸਕਦੀ ਹੈ, ਕਿਉਂਕਿ ਹੁਣ ਜਿਵੇਂ ਸਾਈਕਲੋਨਿਕ ਇਫੈਕਟ ਹੋਇਆ ਸਾਊਥਰਨ ਸਟੇਟਸ 'ਚ, ਮੀਂਹ ਪੈ ਗਿਆ, ਡਿਮਾਂਡ ਘਟ ਗਈ, ਉੱਥੇ ਇਹਨਾਂ ਨੂੰ 5 ਰੁਪਏ 6 ਰੁਪਏ ਨੂੰ ਬਿਜਲੀ ਮਿਲ ਰਹੀ ਹੈ, ਭਾਵੇਂ ਕਿ ਪਾਵਰ ਦਾ ਜਿਹੜਾ ਕੈਪ ਹੈਗਾ 12 ਰੁਪਏ ਯੂਨਿਟ ਲਗਾਇਆ ਸੈਂਟਰਲ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਨੇ, ਪਰ ਇਹਨੂੰ ਸਸਤੀ ਬਿਜਲੀ ਮਿਲ ਰਹੀ ਹੈ। ਜੇ ਆਪਾਂ ਨੂੰ ਕੋਰੀਡੋਰ ਮਿਲ ਜਾਏਗਾ ਤਾਂ ਬਿਜਲੀ ਸਸਤੀ ਵੀ ਮਿਲਣ ਦੇ ਅਸਾਰ ਤਾਂ ਹੈਗੇ ਹੀ ਨੇ। ਨਹੀਂ, ਕੋਰੀਡੋਰ ਜਿਹੜਾ ਹੈ ਉਹ 500-700 ਮੈਗਾਵਾਟ ਦਾ ਹੀ ਰਿਲੀਫ ਦੇਗਾ ਨਹੀਂ, ਤੇ ਡਿਮਾਂਡ ਤਾਂ ਸਾਡੀ ਜਿਹੜੀ ਹੈ ਸਪਲਾਈ ਤੇ ਉਹਦੇ ਵਿੱਚ ਤਾਂ 2-2500 ਮੈਗਾਵਾਟ ਦਾ ਫਰਕ ਹੈ। ਬਾਕੀ ਜਿਹੜੀ ਸਪਲਾਈ ਉਹਨੂੰ ਪੂਰਤੀ ਕਰਨ ਲਈ ਤਾਂ ਸਾਨੂੰ ਵਿਦਿਨ ਦੀ ਸਟੇਟ ਆਫ ਪੰਜਾਬ ਜਿਹੜੀ ਹੈ ਉਹ ਪ੍ਰਿਆਪਤ ਜਨਰੇਸ਼ਨ ਹੋਣੀ ਚਾਹੀਦੀ ਹੈ। ਸੋ ਉਹਨੂੰ ਸਾਨੂੰ ਆਉਣ ਵਾਲੇ ਸਾਲਾਂ 'ਚ ਵਧਾਉਣ ਦੀ ਜਿਹੜੀ ਹੈ ਪੂਰੀ ਜਿਹੜੀ ਹੈ ਪਲੈਨਿੰਗ ਕਰਨੀ ਚਾਹੀਦੀ ਹੈ। ਕੀ ਹੋਣਾ ਚਾਹੀਦਾ ਦੱਸੋ? ਪਲਾਂਟ ਜਿਹੜੇ ਹੈ ਸਾਨੂੰ ਐਡੀਸ਼ਨਲ ਲੱਗਣੇ ਚਾਹੀਦੇ ਹੈ, ਸਟੇਟ ਸੈਕਟਰ ਦੇ ਪਲਾਂਟ ਹੋਰ ਵਧਾਉਣੇ ਚਾਹੀਦੇ ਹੈ। ਫੋਰ ਐਗਜ਼ਾਮਪਲ ਮੈਂ ਇੱਕ ਉਦਾਹਰਨ ਦਿੰਦਾ ਜੀ, ਸਾਨੂੰ 2 ਸਾਲ ਹੋਏ ਰਾਜਪੁਰਾ ਪਲਾਂਟ ਜਿਹੜਾ L&T ਦਾ ਇੰਨਾ ਵਧੀਆ ਪਲਾਂਟ ਹੈ, ਜਿਹੜਾ ਕਿ ਇੰਨੇ ਅੱਛੇ ਪਲਾਂਟ ਲੋਡ ਫੈਕਟਰ, ਉਹਨਾਂ ਨੇ ਕੋਲ ਸਟਾਕ ਵੀ ਅੱਛਾ ਮੇਨਟੇਨ ਕੀਤਾ ਹੋਇਆ। ਉਹਨਾਂ ਨੇ ਸਾਨੂੰ ਇੱਕ ਆਫਰ ਦਿੱਤੀ ਸੀ ਕਿ ਵੀ ਤੁਸੀਂ ਇਹ ਸਾਡਾ ਪਲਾਂਟ ਲੈ ਲਓ। ਉੱਥੇ ਤੀਜੀ ਯੂਨਿਟ ਜਿਹੜੀ ਹੈ ਉਹ ਬਹੁਤ ਘੱਟ ਸਮੇਂ 'ਚ ਲੱਗ ਸਕਦੀ ਹੈ। ਸੋ ਇਹ ਜਿਹੇ ਸਟੈਪਸ ਜਿਹੜੇ ਹੈ, ਮਤਲਬ ਰਾਜਪੁਰਾ ਤਾਂ ਤੁਸੀਂ, ਤੁਹਾਡਾ ਕਹਿਣ ਦਾ ਮਤਲਬ ਹੈ ਰਾਜਪੁਰਾ 'ਚ ਜਿਹੜਾ ਨਾਭਾ ਥਰਮਲ ਪਲਾਂਟ ਹੈ ਉੱਥੇ ਇੱਕ ਹੋਰ ਯੂਨਿਟ ਲੱਗ ਸਕਦਾ ਹੈ? ਇੱਕ ਹੋਰ ਯੂਨਿਟ ਲੱਗ ਸਕਦਾ ਹੈ 700 ਮੈਗਾਵਾਟ ਦਾ। ਬਿਲਕੁਲ 700 ਮੈਗਾਵਾਟ ਦਾ ਉਹ ਪਲਾਂਟ ਜਿਹੜਾ ਸਟੇਟ ਸੈਕਟਰ 'ਚ ਲੈਣਾ ਚਾਹੀਦਾ ਹੈ, ਔਰ ਸਾਨੂੰ ਜਿਹੜਾ ਪਛਵਾੜਾ ਦਾ ਕੋਲਾ ਹੈ ਉਹ ਉੱਥੇ ਵਰਤਣਾ ਚਾਹੀਦਾ ਹੈ। ਉਹਦੇ ਨਾਲ ਸਾਡੀ ਜਿਹੜੀ ਹੈ ਫਿਕਸ ਚਾਰजेस ਵੀ ਘਟਣਗੇ, ਸਾਡੇ ਵੇਰੀਏਬਲ ਚਾਰजेस ਵੀ ਘਟਣਗੇ, ਸਾਡੀ ਜਿਹੜੀ ਮੈਨ ਪਾਵਰ ਹੈ ਉਹ ਵੀ ਯੂਟਿਲਾਈਜ਼ ਹੋ ਜਾਏਗੀ, ਤੇ ਸਾਡੀ ਪ੍ਰਾਈਵੇਟ ਸੈਕਟਰ ਤੇ ਜਿਹੜੀ ਨਿਰਭਰਤਾ ਹੈ ਉਹ ਵੀ ਘੱਟ ਹੋਏਗੀ। ਸਾਨੂੰ ਜਿਹੜਾ ਗੋਇੰਦਵਾਲ ਸਾਹਿਬ ਦਾ ਪਲਾਂਟ ਹੈ ਉਹ ਵੀ ਸਾਨੂੰ ਟੇਕ ਓਵਰ ਕਰਨਾ ਚਾਹੀਦਾ। ਯੈਸ, ਤਲਵੰਡੀ ਸਾਬੋ ਦਾ ਪਲਾਂਟ ਹੈ ਜਿਹੜਾ ਉਹ ਟੈਕਨੀਕੀ ਰੂਪ ਤੇ ਉਹ ਅੱਛਾ ਨਹੀਂ ਚੱਲ ਰਿਹਾ, ਉਹਨੂੰ ਲੈਣ ਲਈ ਟੇਕ ਓਵਰ ਕਰਨ ਲਈ ਮੈਂ ਸਲਾਹ ਨਹੀਂ ਦੇਵਾਂਗਾ, ਪਰ ਗੋਬਿੰਦਵਾਲ ਸਾਹਿਬ ਪਲਾਂਟ ਤੇ ਰਾਜਪੁਰਾ ਪਲਾਂਟ ਸਟੇਟ ਸੈਕਟਰ 'ਚ ਲੈ ਕੇ ਪਛਵਾੜਾ ਦਾ ਕੋਲਾ ਵਰਤ ਕੇ ਅਸੀਂ ਸਸਤੀ ਬਿਜਲੀ ਵੀ ਪੈਦਾ ਕਰ ਸਕਦੇ ਹਾਂ। ਤੁਸੀਂ ਪਛਵਾੜਾ ਦੀ ਕੋਲ ਦੀ ਗੱਲ ਕੀਤੀ ਹੈ। ਪਛਵਾੜਾ ਕੋਲ ਪਾਵਰਕਾਮ ਇੱਕ ਦਾਅਵਾ ਕਰ ਰਿਹਾ ਕਿ ਜੂਨ 'ਚ ਕੋਲ ਆ ਜਾਏਗਾ ਇੱਥੇ, ਔਰ ਪਲਾਂਟਸ ਨੂੰ ਕੋਲ ਸਪਲਾਈ ਕਰ ਦਾਂਗੇ ਅਸੀਂ। ਉਹ ਇਹ ਵੀ ਕਹਿ ਰਹੇ ਵੀ ਨਾਭਾ ਥਰਮਲ ਪਲਾਂਟ ਨੂੰ ਦਿੱਤਾ ਜਾਏਗਾ ਜਾਂ ਨਿੱਜੀ ਪਲਾਂਟਾਂ ਨੂੰ ਤਾਂ ਦੇ ਸਕਦੇ ਆਪਾਂ। ਦੇਖੋ, ਮੈਂ ਇਹਦੇ ਬਾਰੇ ਕਲੀਅਰ ਕਰਦਾ ਕਿ ਜਿਹੜਾ ਪਛਵਾੜਾ ਕੋਲ ਮਾਈਨ ਹੈ, ਕੈਪਟਿਵ ਕੋਲ ਮਾਈਨ ਪੰਜਾਬ ਦੀ, ਉਹਦੀ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਓਰੀਜਨਲ ਨੋਟੀਫਿਕੇਸ਼ਨ ਸੀ ਉਹ ਸਟੇਟ ਸੈਕਟਰ ਦੇ ਪਲਾਂਟਸ ਤੇ ਹੀ ਉਹ ਕੋਲਾ ਯੂਜ਼ ਹੋ ਸਕਦਾ ਸੀਗਾ। ਉਸ ਤੋਂ ਬਾਅਦ ਜਦੋਂ ਸਟੇਟ ਸੈਕਟਰ ਦੇ ਪਲਾਂਟਸ ਦਾ ਪਲਾਂਟ ਲੋਡ ਫੈਕਟਰ ਘਟ ਗਿਆ ਤੇ ਇਹਨਾਂ ਨੇ ਇਸ਼ੂ ਟੇਕਅਪ ਕੀਤੀ ਸੀ ਗਵਰਨਮੈਂਟ ਆਫ ਇੰਡੀਆ ਨਾਲ ਕਿ ਕੀ ਅਸੀਂ ਉਹ ਕੋਲਾ ਪ੍ਰਾਈਵੇਟ ਪਲਾਂਟਾਂ ਨੂੰ ਦੇ ਦਈਏ। ਭਾਰਤ ਸਰਕਾਰ ਨੇ ਇਹਨਾਂ ਦੀ ਬੇਨਤੀ ਜਿਹੜੀ ਪ੍ਰਵਾਨ ਨਹੀਂ ਕੀਤੀ। ਉਹਨਾਂ ਨੇ ਸਿਰਫ ਇੱਕ ਨੋਟੀਫਿਕੇਸ਼ਨ ਕੀਤੀ ਹੈ ਕਿ ਤੁਸੀਂ ਉਹ ਕਮਰਸ਼ੀਅਲ ਸੇਲ ਕਰ ਸਕਦੇ ਹੋ। ਉਹ 'ਚ ਵੀ ਬਹੁਤ ਕੰਡੀਸ਼ਨਾਂ ਨੇ ਤੇ ਉਹ 'ਤੇ ਰਾਇਲਟੀ ਵੀ ਜ਼ਿਆਦਾ ਦੇਣੀ ਪਏਗੀ। ਉਹਦੇ ਵਿੱਚ ਲਾਸਟ ਵਿੱਚ ਇੱਕ ਕਲੌਜ਼ ਹੈ ਕਿ ਕੋਲ ਪ੍ਰਾਈਸ ਇੰਡੈਕਸ ਤੇ ਉਹਦੀ ਰਾਇਲਟੀ ਦੇਣੀ, ਉਹਦੇ ਨਾਲ ਤਾਂ ਬਹੁਤ ਮਹਿੰਗਾ ਕੋਲਾ ਹੋ ਜਾਏਗਾ। ਬਟ ਤੁਹਾਡਾ ਕਹਿਣ ਦਾ ਮਤਲਬ ਹੈ ਜਿਹੜਾ ਪਛਵਾੜਾ ਕੋਲ ਮਾਈਨ ਹੈ, ਆਪਣੀ ਪੰਜਾਬ ਦੀ ਕੋਲ ਮਾਈਨ ਹੈ, ਉਹਦਾ ਕੋਲਾ ਪ੍ਰਾਈਵੇਟ ਪਲਾਂਟਾਂ ਨੂੰ ਦਿੱਤਾ ਜਾ ਸਕਦਾ? ਉਹਦਾ ਕੋਲਾ ਪ੍ਰਾਈਵੇਟ ਪਲਾਂਟਾਂ ਨੂੰ ਨਹੀਂ ਦਿੱਤਾ ਜਾ ਸਕਦਾ। ਜਿਸ ਤਰ੍ਹਾਂ ਕਿ ਆਪਾਂ ਕੋਲਾ ਕੱਢ ਕੇ ਉਹਨੂੰ ਸਟੇਟ ਸੈਕਟਰ ਦੇ ਪਲਾਂਟਸ ਯੂਜ਼ ਕਰ ਸਕਦੇ ਹਾਂ। ਤੁਹਾਡਾ ਕਹਿਣ ਦਾ ਮਤਲਬ ਹੈ ਵੀ ਨਾਭਾ ਥਰਮਲ ਪਲਾਂਟ ਤੇ ਗੋਇੰਦਵਾਲ ਥਰਮਲ ਪਲਾਂਟ ਨੂੰ ਸਟੇਟ ਟੇਕ ਓਵਰ ਕਰ ਲਏ ਤੇ ਪਛਵਾੜਾ ਦਾ ਕੋਲ ਯੂਜ਼ ਕਰ ਲਏ। ਯੈਸ, ਬਟ ਇਹ ਖਬਰਾਂ ਵੀ ਪਿੱਛੇ ਆਈਆਂ ਸੀ, ਕੁਝ ਐਕਸਪਰਟ ਦੱਸ ਰਹੇ ਸੀ ਕਿ ਡਿਵਰਜਨ ਪਾਲਿਸੀ ਵੀ ਸੈਂਟਰ ਗਵਰਨਮੈਂਟ ਦੀ ਆ ਚੁੱਕੀ ਹੈ
ਵੀ ਇਹ ਕੋਲ ਨੂੰ ਡਾਇਵਰਟ ਵੀ ਕੀਤਾ ਜਾ ਸਕਦਾ ਹੈ? ਦੇਖੋ ਉਹ ਤਾਂ ਇੱਕ ਕੰਪਲਿਕੇਟਿਡ ਚੀਜ਼ਾਂ ਨੇ ਹਨਾ ਜੀ, ਵੀ ਅਸੀਂ ਪਛਵਾੜਾ ਦਾ ਕੋਲਾ ਆਪਣੇ ਪਲਾਂਟ ਤੇ ਲਾਈਏ, ਆਪਣੀ ਜਿਹੜੀ ਐਲੋਕੇਸ਼ਨ ਉਹਨਾਂ ਨੂੰ ਦੇ ਦਈਏ। ਮੇਰਾ ਸਵਾਲ ਹੈ ਕਿ ਕਿਉਂ ਨਾ ਅਸੀਂ ਸਟੇਟ ਸੈਕਟਰ ਨੂੰ ਡਿਵੈਲਪ ਕਰੀਏ। ਸਾਡਾ ਸਟੇਟ ਸੈਕਟਰ ਜਨਰੇਸ਼ਨ ਜਿਹੜੀ ਡੁੱਬ ਗਈ ਹੈ ਉਹਨੂੰ ਮੁੜ ਸੁਰਜੀਤ ਕਿੱਦਾਂ ਕੀਤਾ ਜਾ ਸਕਦੀ? ਸੋਲੂਸ਼ਨ ਤਾਂ ਦੱਸੋ ਜੀ, ਕੀ ਸੋਲੂਸ਼ਨ ਹੈ ਜੀ? ਇਹ ਥੋੜਾ ਸਾਰਾ ਅਸੀਂ ਪ੍ਰਾਈਵੇਟ ਸੈਕਟਰ ਤੇ ਡਿਪੈਂਡ ਕਰੀਏ, ਫਿਰ ਅਸੀਂ ਪ੍ਰਾਈਵੇਟ ਸੈਕਟਰ ਵੱਲ ਦੇਖੀ ਜਾਈ ਵੀ ਉਹ ਕੋਲਾ ਅਰੇਂਜ ਕਰਨਗੇ, ਬਿਜਲੀ ਪੈਦਾ ਕਰਨਗੇ, ਸਾਨੂੰ ਦੇਣਗੇ, ਅਸੀਂ ਖਪਤਕਾਰਾਂ ਨੂੰ ਦੇਵਾਂਗੇ। ਇਹ ਤਾਂ ਸਭ ਤੋਂ ਵੱਡਾ ਇੱਕ ਜਿਹੜਾ ਪਾਲਿਸੀ ਡਰਾਬੈਕ ਰਿਹਾ, ਜਿਹੜਾ ਕਿ ਇੱਕ ਸਾਰਾ ਪ੍ਰਾਈਵੇਟ ਸੈਕਟਰ ਹਾਵੀ ਹੋ ਗਿਆ। ਇਹ ਬੈਲੈਂਸ ਰੱਖਣਾ ਬੜਾ ਜ਼ਰੂਰੀ ਹੈ। ਬੈਲੈਂਸ ਰੱਖਣਾ ਜ਼ਰੂਰੀ ਹੈ। ਮੈਂ ਤੁਹਾਡੇ ਤੋਂ ਇੱਕ ਹੋਰ ਸਵਾਲ ਜਾਵਾਂਗਾ, ਉਸ ਤੋਂ ਪਹਿਲਾਂ ਅਸੀਂ ਬ੍ਰੇਕ ਤੇ ਜਾਣਾ ਹੋਏਗਾ। ਬ੍ਰੇਕ ਤੋਂ ਬਾਅਦ ਤੁਹਾਨੂੰ ਪੁੱਛਾਂਗੇ ਵੀ ਆਉਣ ਵਾਲੇ ਜਿਹੜਾ ਪਲੈਨਿੰਗ ਕੀ ਹੈਗੀ ਔਰ ਪੈਡੀ ਦਾ ਕੀ ਸੀਨ ਰਹਿਣ ਵਾਲਾ, ਔਰ ਪਾਵਰਕਾਮ ਦੀ ਜਿਹੜੀ ਫਿਜ਼ੀਕਲ ਹੈਲਥ ਹੈ ਉਹ ਕਿਸ ਤਰ੍ਹਾਂ ਰਹਿਣ ਵਾਲੀ ਹੈ। ਬ੍ਰੇਕ ਦਾ ਵੇਲਾ ਹੋ ਚੁੱਕਿਆ। ਬ੍ਰੇਕ ਤੋਂ ਬਾਅਦ ਅਸੀਂ ਫਿਰ ਹਾਜ਼ਰ ਹੁੰਦੇ ਹਾਂ ਔਰ ਭੁਪਿੰਦਰ ਸਿੰਘ ਉਹਨਾਂ ਨਾਲ ਸਾਡੀ ਗੱਲਬਾਤ ਇਸੇ ਤਰੀਕੇ ਜਾਰੀ ਰਹੇਗੀ। ਵੇਖੋ ਹਾਲੀਵੁੱਡ ਇਨ ਪੰਜਾਬੀ ਵਿੱਚ ਸਟੂਅਰਟ ਲਿਟਲ 2 ਨਟਖਟ ਚੂਹਾ 2 21 ਮਈ ਸ਼ਨੀਵਾਰ ਰਾਤੀ 8:30 ਵਜੇ ਸਿਰਫ PTC ਪੰਜਾਬੀ ਤੇ। ਬਜ਼ੁਰਗੋ, ਇਹ ਸਾਹਮਣੇ ਵਾਲਾ ਪਿੰਡ ਧਰਮਕੋਟ ਹੀ ਹੈ ਜੀ। ਆਹੋ ਜੀ, ਆਹੋ ਧਰਮਕੋਟ ਹੀ ਹੈ ਜੀ। ਇੱਥੇ ਇੱਕ ਨੌਜਵਾਨ ਰਹਿੰਦਾ ਸੀ, ਮਤਲਬ ਪਹਿਲਾ ਜਵਾਨ ਸੀ। ਸਨ 47 ਵੇਲੇ ਉਸ ਨੇ ਇੱਕ ਮੁਸਲਮਾਨ ਕੁੜੀ ਨੂੰ ਲੁਕੋ ਕੇ ਰੱਖਿਆ ਸੀ। ਤੇ ਫਿਰ ਉਸ ਕੁੜੀ ਨੂੰ ਜ਼ਬਰਦਸਤੀ ਪਾਕਿਸਤਾਨ ਭੇਜ ਦਿੱਤਾ ਗਿਆ। टाटा रैलीज पेश करते हैं पेस तकनीक नाल बनिया पनीडा ग्रांडे। पनीडा ग्रांडे लंबे समय तक खरपतवारां नूं खेत विच उगण नहीं देंदा। पेस तकनीक वाला पनीडा ग्रांडे, हर कण विच विश्वास। देखें कौन नया खिलाड़ी आया है, समझा देते हैं। प्यार से समझाएंगे, धीरे धीरे से, वो भी अपनी जुबान में। ये तो अपनी जुबान है। जुबान एक हो तो दिल भी एक होने चाहिए। विमल बोलो जुबान केसरी। कल अज ते कल च देश दे हर पल च, कल अज ते कल च देश दे हर पल च। कदे परछावां बनके, कदे विश्वास बनके, दिल च साहस दा एहसास बनके, उम्मीदां नूं सच्चाई ते रंग नाल सजाउंदे हां। मुश्किलां कोई हरदम साथ निभाउंदे हां। कल अज ते कल विच रहिंदे हां, देश दे हर पल विच रहिंदे हां। 1956 ਤੋਂ ਅੱਜ ਤੱਕ LIC ਹਰ ਪਲ ਤੁਹਾਡੇ ਨਾਲ। Just give me a second, Shruti. एक बार फोटोज देख सकते हैं? Let's take a look. Oh, fabulous! God. You know what? I don't blame him. The Fibros Forex range of switches designed to grab attention. 6 रुपए विच 1 करोड़, 1 करोड़ 6 रुपए विच। 6 रुपए विच 1 करोड़। हाँ सच्ची, खरीदो डियर साप्ताहिक लॉटरी सिर्फ 6 रुपए विच ਅਤੇ ਜਿੱਤੋ ਪਹਿਲਾ ਇਨਾਮ 1 ਕਰੋੜ ਰੁਪਏ। ਅੱਜ ਦੀ ਪ੍ਰਦੂਸ਼ਣ ਅਤੇ ਪੈਸਟੀਸਾਈਡ ਭਰੀ ਜ਼ਿੰਦਗੀ ਵਿੱਚ ਤੁਹਾਡਾ ਪਰਿਵਾਰ ਅਣਗਿਣਤ ਬਿਮਾਰੀਆਂ ਦੇ ਘੇਰੇ ਵਿੱਚ ਰਹਿੰਦਾ ਹੈ। ਇਸ ਲਈ ਅਪਣਾਓ 5 ਤਰ੍ਹਾਂ ਦੀਆਂ ਤੁਲਸੀ ਦੇ ਅਰਕ ਤੋਂ ਖਾਸ ਵਿਧੀ ਨਾਲ ਤਿਆਰ ਜੌਨੀ ਤੁਲਸੀ 51 ਡ੍ਰੌਪਸ, ਜੋ ਸਰੀਰ ਵਿੱਚੋਂ ਵਿਸ਼ੈਲੇ ਪਦਾਰਥਾਂ ਨੂੰ ਬਾਹਰ ਕੱਢੇ ਅਤੇ ਰੋਗਾਂ ਨੂੰ ਦੂਰ ਰੱਖੇ। ਕੁਦਰਤੀ वाडेलाल आइसक्रीम के फ्लेवर्स इतने कि हर दिल बोले वाह वाडेलाल। Just give me a second, Shruti. एक बार फोटोज देख सकते हैं? Let's take a look. Oh, fabulous! God. You know what? I don't blame him. The Fibros Forex range of switches designed to grab attention. अरे वाह, अरे वाह।
अनदेखी वैरायटी, अनसुने दाम। डाउनलोड मीशो। मुश्किल दौर चों निकल के हुण फेर परखिया जाएगा सुर के तार, क्योंकि शुरू होण जा रही है शहर दर शहर सुरीले बच्चियां दी पार। वॉइस ऑफ पंजाब छोटा चैंप सीजन 8 जे तुहाडी उम्र है 8 ਤੋਂ 14 ਸਾਲ ਤਾਂ ਸੁਰਾਂ ਦੇ ਮਹਾ ਮੁਕਾਬਲੇ 'ਚ ਪਾਰਟਿਸਿਪੇਟ ਕਰਨ ਲਈ ਬਣਾਓ ਆਪਣੀ 1 ਮਿੰਟ ਦੀ ਸਿੰਗਿੰਗ ਵੀਡੀਓ ਤੇ ਭੇਜ ਦਿਓ ਇਸ WhatsApp ਨੰਬਰ 9811757373 ਉੱਤੇ ਜਾਂ ਫਿਰ ਤੁਸੀਂ PTC Play ਐਪ ਨੂੰ ਡਾਊਨਲੋਡ ਕਰਕੇ ਆਪਣੀਆਂ ਐਂਟਰੀਜ਼ ਭੇਜ ਸਕਦੇ ਹੋ। ਜਿਨ੍ਹਾਂ ਦੇ ਸੁਰ ਹੋਣਗੇ ਬਾ ਕਮਾਲ ਉਹਨਾਂ ਨੂੰ ਆਡੀਸ਼ਨਸ ਦੇ ਵਿੱਚ ਮਿਲੇਗੀ ਡਾਇਰੈਕਟ ਐਂਟਰੀ। ਸੋ ਜਲਦੀ ਭੇਜੋ ਆਪਣੀ ਐਂਟਰੀ ਜਾਂ ਫਿਰ ਪਹੁੰਚੋ ਆਪਣੇ ਨੇੜੇ ਦੇ ਆਡੀਸ਼ਨ ਸੈਂਟਰ ਤੇ। ਆਡੀਸ਼ਨ ਸੈਂਟਰਸ ਦੀ ਡਿਟੇਲਸ ਦੇ ਲਈ ਦੇਖਦੇ ਰਹੋ PTC ਪੰਜਾਬੀ। ਸਟੂਅਰਟ ਸਕੂਲ ਜਾਣ ਦਾ ਟਾਈਮ ਹੋ ਗਿਆ। ਉਹ ਬਾਜ ਕਿੱਥੇ ਹੈ? ਬਸ ਕਿਹੜਾ ਬਸ? ਤੈਨੂੰ ਆਪਣੇ ਖੁੱਡ 'ਚ ਰਹਿਣਾ ਚਾਹੀਦਾ ਸੀ ਚੂੜੀਆਂ। ਸਟੂਅਰਟ ਅਸੀਂ ਉਹਨੂੰ ਨਹੀਂ ਹਰਾ ਸਕਦੇ। ਪਰ ਆਪਾਂ ਨੂੰ ਉਹਦਾ ਸਾਹਮਣਾ ਕਰਨਾ ਹੀ ਪਊ। ਉਹ ਕਰਾਉਣ ਵਾਲੇ ਆ। ਵੇਖੋ ਹਾਲੀਵੁੱਡ ਇਨ ਪੰਜਾਬੀ ਵਿੱਚ ਸਟੂਅਰਟ ਲਿਟਲ 2 ਨਟਖਟ ਚੂਹਾ 2 21 ਮਈ ਸ਼ਨੀਵਾਰ ਰਾਤੀ 8:30 ਵਜੇ ਸਿਰਫ PTC ਪੰਜਾਬੀ ਤੇ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਪਾਵਰ ਸੈਕਟਰ ਰਿਫਾਰਮਸ ਫੋਰਮ ਦੇ ਕਨਵੀਨਰ ਇੰਜੀਨੀਅਰ ਭੁਪਿੰਦਰ ਸਿੰਘ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਪੰਜਾਬ ਦੇ ਪਾਵਰ ਸਿਨੈਰੀਓ ਤੇ। ਭੁਪਿੰਦਰ ਜੀ, ਬ੍ਰੇਕ ਤੋਂ ਪਹਿਲਾਂ ਤੁਹਾਨੂੰ ਪੁੱਛ ਰਿਹਾ ਸੀਗਾ ਵੀ ਪੈਡੀ ਸੀਜ਼ਨ 'ਚ ਸਪਲਾਈ ਸਫੀਸ਼ੀਐਂਟ ਹੋ ਜਾਏਗੀ? ਇਹ ਪਾਵਰ ਕੱਟ ਲੱਗਣਗੇ, ਕਿੰਨੇ ਕੁ ਪਾਵਰ ਕੱਟ ਲੱਗ ਸਕਦੇ ਨੇ? ਪਾਵਰ ਕੱਟ ਤਕਰੀਬਨ 2000 ਮੈਗਾਵਾਟ ਤੋਂ ਵੱਧ ਜਿਹੜਾ ਡਿਮਾਂਡ ਤੇ ਸਪਲਾਈ 'ਚ ਗੈਪ ਰਹੇਗਾ, ਉਹਦੇ ਨਾਲ ਪਾਵਰ ਕੱਟ ਜਿਹੜੇ ਲੱਗਣੇ ਆ ਇਹ ਆਪਾਂ ਮਤਲਬ ਇਹ ਤੋਂ ਬਚ ਨਹੀਂ ਸਕਦੇ ਜੀ। ਪਾਵਰ ਕੱਟ ਲੱਗਣਗੇ ਪੈਡੀ 'ਚ। ਤੇ ਇਮੀਡੀਏਟ ਰਿਲੀਫ ਕੋਈ ਮਿਲ ਸਕਦਾ ਆਪਾਂ ਨੂੰ? ਦੇਖੋ ਇਮੀਡੀਏਟ ਰਿਲੀਫ ਇਹ 2000 ਦਾ ਗੈਪ ਹੈਗਾ, ਕੋਈ ਆਪਾਂ ਇਹ ਕਿੱਥੋਂ ਆਪਾਂ ਕੰਟਰੀਬਿਊਟ ਕਰ ਸਕਦੇ ਹਾਂ 2000 ਦਾ? ਮੈਂ ਸਮਝਦਾ ਹਾਂ ਕਿ ਇਹਦੇ ਵਿੱਚ ਕਾਫੀ ਪੋਰਸ਼ਨ ਜਿਹੜਾ ਹੈ ਉਹ ਪਿਛਲੇ ਸਾਲਾਂ 'ਚ ਥੈਫਟ ਆਫ એનર્ਜੀ ਵੀ ਵਧੀ ਹੈ। ਸੋ ਮੇਰਾ ਸੁਝਾਅ ਹੈ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਇੱਕ ਸਪੈਸ਼ਲ ਜਿਹੜੀ ਅਪੀਲ ਕਰਨ ਕਿ ਬਿਜਲੀ ਜਿਹੜੀ ਹੈ ਸੰਜਮ ਨਾਲ ਵਰਤੀਏ ਤੇ ਬਿਜਲੀ ਚੋਰੀ ਤੋਂ ਆਪਾਂ ਗੁਰੇਜ਼ ਕਰੀਏ, ਕਿਉਂਕਿ ਜਿੱਥੇ ਬਿਜਲੀ ਚੋਰੀ CM ਸਾਹਿਬ ਦਾ ਸਿੱਧੀ ਬਿਜਾਈ ਤੇ ਵੀ ਜ਼ੋਰ ਦਿੱਤਾ ਹੈ, ਉਸ ਤੇ ਵੀ ਕਿਸਾਨ ਨਹੀਂ ਆ ਰਹੇ ਹੈਗੇ। ਬਿਜਲੀ ਚੋਰੀ ਤੋਂ ਕਿਵੇਂ ਰੁਕ ਜਾਣਗੇ? ਜੇ ਦੇਖੋ ਜੇ ਇਸ ਚੀਜ਼ ਤੇ ਨਾ ਹੋਇਆ ਤੇ ਫਿਰ ਕੱਟਾਂ ਤੋਂ ਪਾਵਰ ਕੱਟਸ ਤੋਂ ਬਚ ਨਹੀਂ ਸਕਦੇ। ਇੱਕ ਭੁਪਿੰਦਰ ਜੀ, ਇੱਕ ਹੋਰ ਮੁੱਦਾ ਤੁਹਾਡੇ ਨਾਲ ਡਿਸਕਸ ਕਰਨਾ ਸੀਗਾ ਕਿ ਬੀਤੀ ਰਾਤ ਜਿਹੜਾ ਲਹਿਰਾ ਮੁਹੱਬਤ ਪਲਾਂਟ ਹੈ ਉਹ ਕੁਝ ਕੋਲੈਪਸ ਹੋ ਗਿਆ। ਕੀ ਕੋਲੈਪਸ ਹੋ ਗਿਆ ਟੈਕਨੀਕਲੀ ਤੁਸੀਂ ਦੱਸ ਸਕਦੇ ਹੋ? ਕਿ 2 ਯੂਨਿਟ ਜਿਹੜੇ ਨੇ 210 ਮੈਗਾਵਾਟ ਦਾ ਈਚ ਯੂਨਿਟ, ਟੋਟਲ 420 ਜਿਹੜੇ ਮੈਗਾਵਾਟ ਹੈ ਉਹ ਬਿਲਕੁਲ ਘਟ ਗਏ ਔਰ ਉਮੀਦ ਇਹ ਜਤਾਈ ਜਾ ਰਹੀ ਹੈ ਕਿ ਆਉਂਦੇ 4-5 ਮਹੀਨੇ ਤੱਕ ਚੱਲਣੇ ਹੀ ਨਹੀਂ ਹੈਗੇ। ਉਹ ਪੂਰੀ ਤਰ੍ਹਾਂ ਕੋਲੈਪਸ ਹੋ ਗਿਆ, ਕੋਈ ਬਲਾਸਟ ਵਗੈਰਾ ਹੋਇਆ? ਉਹ ਟੈਕਨੀਕਲ ਤੁਸੀਂ ਦੱਸ ਸਕਦੇ ਹੋ ਕੀ ਹੋਇਆ? ਨਹੀਂ, ਉੱਥੇ ਉਹ ਜਿਹੜੀ ਉਹ ਯੂਨਿਟ 2 ਹੈ ਉਹਦੀ ESP ਯੂਨਿਟ ਜਿਹੜੀ ਹੈ ਉਹ ਜਿਹੜੀ ਗਿਰ ਗਈ। ਔਰ ਉਹ ਕੀ ਹੁੰਦੀ ਹੈ ਜੀ? ਸਾਨੂੰ ਸਮਝਾਓ, ਸਾਡੇ ਦਰਸ਼ਕਾਂ ਨੂੰ ਸਮਝਾਓ ਕੀ ਹੁੰਦੀ ਹੈ। ਦੇਖੋ ਇਸ ਤਰ੍ਹਾਂ ਹੈ ਕਿ ਜਦੋਂ ਕੋਲਾ ਬਾਲ ਕੇ ਆਪਾਂ ਜਿਹੜੀ ਆ ਬਿਜਲੀ ਉਹ ਪੈਦਾ ਕਰਦੇ ਆ, ਉਹਦੇ ਵਿੱਚ ਤਾਂ ਕਿ ਪ੍ਰਦੂਸ਼ਣ ਨਾ ਹੋਵੇ, ਅਸੀਂ ਫਲਾਈ ਐਸ਼ ਜਿਹੜੀ ਹੈ ਉਹਦੀ ਉਹ ਐਟਮੋਸਫੀਅਰ 'ਚ ਨਾ ਜਾਵੇ, ਉਹਨੂੰ ਇਕੱਠੀ ਕਰਨ ਲਈ ਆਹ ਯੂਨਿਟ ਹੁੰਦੀ ਹੈ ਤਾਂ ਕਿ ਜਿਹੜਾ ਸਾਫ਼ ਧੂੰਆਂ ਜਿਹੜਾ ਉਹ ਉੱਤੇ ਅਸਮਾਨ 'ਚ ਜਾਵੇ। ਸੋ ਉਹ ਫਲਾਈ ਇਹ ਅਚਾਨਕ ਹੋ ਗਿਆ, ਮਤਲਬ ਕੋਈ ਉਹਦੀ ਮੇਨਟੇਨੈਂਸ ਨਹੀਂ ਸੀ ਕੀਤੀ ਪਹਿਲਾਂ, ਆਪਾਂ ਨੇ ਕੋਈ ਰੱਖ ਰਖਾਓ ਨਹੀਂ ਸੀ ਕੀਤਾ? ਦੇਖੋ ਜਿਹੜੀ ਇਹ ਹਾਦਸਾ ਹੋਇਆ ਨਾ ਜੀ, ਇਹ ਬੜਾ ਰੇਅਰ ਇਹ ਜਿਹਾ ਇਨਸੀਡੈਂਟ ਹੈ ਨਾ। ਨਾਰਮਲੀ ਇਹ ਸੁਣਿਆ ਨਹੀਂ ਕਿ ਉਹ ਪੂਰੀ ਯੂਨਿਟੀ ਜਿਹੜੀ ਹੈ ਉਹ ਥੱਲੇ ਗਿਰ ਜਾਏ। ਸੋ ਇਹਦੇ ਵਿੱਚ ਜਿਹੜੀ ਹੈ ਜੋ ਲੱਗਦਾ ਹੈ ਨਾ ਉਹ ਹੈ ਵੀ ਇਹਦੀ ਮੇਨਟੇਨੈਂਸ ਠੀਕ ਨਹੀਂ ਹੋਈ ਤੇ ਉਹ ਜਿਹੜੀ ਫਲਾਈ ਐਸ਼ ਹੈ ਉਹ ਇਕੱਠੀ ਹੁੰਦੀ ਗਈ ਤੇ ਉਹ ਇੰਨਾ ਬਲਕ ਹੋ ਗਿਆ, ਸੈਲਫ ਵੇਟ ਉਹਦਾ ਨਾ ਇੰਨਾ ਭਾਰੀ ਹੋ ਗਿਆ ਕਿ ਉਹ ਝੱਲਣਾ ਉਹਦੀ ਮਤਲਬ ਸੈਂਟਰ ਆਫ ਗ੍ਰੈਵਿਟੀ ਡਿਸਟਰਬ ਹੋ ਗਈ ਤੇ ਉਹ ਗਿਰ ਗਿਆ। ਤੇ ਉਹਦੇ ਅੰਦਰ ਬੜੇ ਯੰਤਰ ਹੁੰਦੇ ਆ ਜਿਹੜੀ ਹੈ ਫਲਾਈ ਐਸ਼ ਨੂੰ ਇਕੱਠੇ ਕਰਨ ਲਈ, ਉਹ ਸਾਰੇ ਯੰਤਰ ਖਰਾਬ ਹੋ ਗਏ, ਖਿੱਲਰ ਗਿਆ। ਸੋ ਇਹ ਤਾਂ ਬਹੁਤ ਲੰਬੇ ਸਮਾਂ ਲੱਗੇਗਾ ਇਹਨੂੰ ਰਿਪੇਅਰ ਕਰਨ ਲਈ। ਨਹੀਂ, ਸਾਨੂੰ ਇਹ ਵੀ ਪਤਾ ਲੱਗਿਆ ਮੇਨਟੇਨੈਂਸ ਹੋਈ ਹੈ, ਕਈ ਕਰੋੜ ਰੁਪਏ ਲੱਗੇ ਆ ਉੱਥੇ, ਕਈ ਕਰੋੜ ਲੱਗੇ ਆ। ਤਾਂ ਪਰ ਜੇ ਉਹਦੇ ਵਿੱਚ ਉਹ ਕਿਉਂ ਗਿਰਿਆ ਜੀ? ਉਹਦੇ ਵਿੱਚ ਜਿਹੜੀ ਹੈ ਜੇ ਮੇਨਟੇਨੈਂਸ ਹੁੰਦੀ ਤਾਂ ਇਹ ਐਕਸੀਡੈਂਟ ਨਾ ਹੁੰਦਾ ਜੀ, ਪ੍ਰੋਪਰ ਮੇਨਟੇਨੈਂਸ ਹੁੰਦੀ।
जी बिल्कुल कई करोड़ ला के भी मेनटेन नहीं किया जा सकिया लहरा मोहब्बत का ਜਿਹੜੇ ਟਰਬੋ ਪਲਾਂਟ ਯੂਨਿਟਾਂ ਦੀ ਗੱਲ ਕਰ ਰਹੇ ਹਾਂ ਬੀਤੀ ਰਾਤ ਕਾਫੀ ਵੱਡਾ ਬਲਾਸਟ ਹੋਇਆ ਉੱਥੇ ਦੋ ਜਿਹੜੇ EMPLOYEES ਆ ਇੰਜਰਡ ਵੀ ਹੋਏ ਨੇ ਔਰ 5-7 ਬੰਦੇ ਉੱਥੇ ਕੰਮ ਕਰਦੇ ਹੁੰਦੇ ਨੇ ਇਹ ਬਚਾ ਰਿਹਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਭੁਪਿੰਦਰ ਜੀ ਪਾਵਰ ਸਿਨੈਰੀਓ ਫਿਊਚਰ ਈਅਰਸ 'ਚ ਕਿਵੇਂ ਰਹਿਣ ਵਾਲਾ ਹੈ ਦੇਖੋ ਪਿਛਲੇ ਸਾਲ ਜਿਹੜਾ ਪਾਵਰ ਕੱਟ ਲੱਗੇ ਇਸ ਸਾਲ ਪਾਵਰ ਕੱਟ ਲੱਗੇ ਹੈ ਤੇ ਪੈਡੀ 'ਚ ਪਾਵਰ ਕੱਟ ਐਕਸਪੈਕਟਡ ਹੈ ਤੇ ਜੋ ਦੇਖੋ ਜੇ ਆਪਣੀ 16000 ਜਾਂ 17000 ਮੈਗਾਵਾਟ ਹੈ ਇਹ ਬਿਜਲੀ ਲੋਕਾਂ ਤੱਕ ਪਹੁੰਚਾਉਣ ਲਈ ਦੋ ਹਿੱਸਿਆਂ 'ਚ ਹੈ ਇੱਕ ਤਾਂ ਅਸੀਂ ਸੂਬੇ ਦੇ ਬਾਹਰੋਂ ਬਿਜਲੀ ਲੈ ਜਾਂਦੇ ਹਾਂ ਜਿਹਦੀ ਕਿ ਟਰਾਂਸਮਿਸ਼ਨ ਕੋਰੀਡੋਰ ਕੈਪੈਸਿਟੀ ਹੁੰਦੀ ਹੈ ਸਪੋਜ਼ ਅੱਜ ਦਾ ਇਸ ਸਾਲ ਦੀ ਗੱਲ ਕਰੀਏ 8500 ਮੈਗਾਵਾਟ ਜੇ ਸਪੋਜ਼ ਅਸੀਂ ਸਟੇਟ ਦੇ ਬਾਹਰੋਂ ਬਿਜਲੀ ਲੈ ਆਈਏ 6000 ਮੈਗਾਵਾਟ ਮੈਕਸੀਮਮ ਜਿਹੜੀ ਹੈ ਅਸੀਂ ਪੰਜਾਬ ਦੇ ਵਿੱਚ ਬਿਜਲੀ ਪੈਦਾ ਕਰ ਸਕਦੇ ਸਟੇਟ ਸੈਕਟਰ ਹਾਈਡਲ ਰੀਨਿਊਏਬਲ ਪ੍ਰਾਈਵੇਟ ਸਾਰੀ ਮਿਲਾ ਮਿਲੂ ਕੇ ਟੋਟਲ ਹੋ ਗਈ 14500 ਮੈਗਾਵਾਟ ਮੈਕਸੀਮਮ ਅਸੀਂ ਦੇ ਸਕਦੇ ਸੀਗੇ ਪਰ ਉਹਦੇ ਵਿੱਚ ਜਿੱਦਾਂ ਹੁਣ ਇਹ ਲਹਿਰੇ 'ਚ ਇੱਕ ਯੂਨਿਟ 'ਚ ਪ੍ਰੋਬਲਮ ਆ ਗਈ ਫਿਰ ਤਲਵੰਡੀ ਸਾਬੋ ਦੀ ਇੱਕ ਯੂਨਿਟ 'ਚ ਕੋਲੇ ਦੀ ਘਾਟ ਦੇ ਕਾਰਨ ਹੈ ਉਹ ਕਿੰਨੇ ਦੇਰ ਤੋਂ ਚੱਲ ਨਹੀਂ ਰਹੀ ਗੋਇੰਦਵਾਲ ਸਾਹਿਬ ਦੀ ਯੂਨਿਟ ਵੀ ਚੱਲਦੀ ਹੈ ਜਿਸ ਤਰ੍ਹਾਂ ਕੱਲ ਲਹਿਰੇ ਦੀ ਯੂਨਿਟ 'ਚ ਪ੍ਰੋਬਲਮ ਆ ਗਈ ਕੱਲ ਨੂੰ ਚੱਲਦੀ ਯੂਨਿਟ 'ਚ ਰੋਪੜ ਜਾਂ ਕਿਤੇ ਸੋ ਪ੍ਰੈਕਟੀਕਲੀ ਅਸੀਂ 14000 ਹੱਦ ਜਿਹੜੀ 14000 ਟੋਟਲ ਅਸੀਂ ਦੇ ਪਾਵਾਂਗੇ ਸੋ 2250 ਮੈਗਾਵਾਟ ਦਾ ਜਿਹੜਾ ਪਾੜ ਰਹੇਗਾ ਉਹਦੇ ਕਾਰਨ ਇਸ ਪੈਡੀ 'ਚ ਕੱਟ ਲੱਗਣਗੇ ਇਸ਼ੂ ਨੰਬਰ 1 ਜੀ ਠੀਕ ਹੈ ਜੀ ਇੱਕ ਆਉਣ ਵਾਲੇ ਸਾਲਾਂ 'ਚ ਇਹ ਲੋਡ ਜਿਹੜਾ ਡਿਮਾਂਡ ਵਧੀ ਜਾਣੀ ਹੈ 10% ਔਨ ਐਵਰੇਜ 10% ਹਾਂ ਸਾਨੂੰ ਇਹ ਜਿਹੜਾ 8500 ਹੈ ਮੇਬੀ ਨੈਕਸਟ ਈਅਰ ਅਸੀਂ 9000 ਕਰ ਲਾਂਗੇ ਜਾਂ 9500 ਕਰ ਲਾਂਗੇ ਸਾਨੂੰ ਸਖਤ ਲੋੜ ਹੈ ਵਿਦਿਨ ਦੀ ਬਾਉਂਡਰੀਜ਼ ਆਫ ਪੰਜਾਬ ਸਾਡੀ ਜਿਹੜੀ 6000 ਮੈਗਾਵਾਟ ਸਮਰੱਥਾ ਹੈ ਉਹਨੂੰ ਅਸੀਂ 8000 ਜਾਂ 9000 ਮੈਗਾਵਾਟ ਕਰੀਏ ਜਿਸ ਤਰ੍ਹਾਂ ਕਿ ਅਸੀਂ 10-11 ਤੋਂ ਬਾਅਦ 4000 ਮੈਗਾਵਾਟ ਜਿਹੜੇ 3 ਪਲਾਂਟ ਲਾਏ ਸੀਗੇ ਉਹੀ ਜੀ ਪਲੈਨਿੰਗ ਕਰੀਏ ਔਰ ਜ਼ਰੂਰੀ ਨਹੀਂ ਅਸੀਂ ਸਾਰਾ ਕੋਲ 'ਚ ਕਰੀਏ ਸਾਨੂੰ ਰੀਨਿਊਏਬਲ 'ਚ ਵੀ ਆਉਣਾ ਚਾਹੀਦਾ ਕਿਉਂਕਿ ਰੀਨਿਊਏਬਲ એનર્ਜੀ ਜਿਹੜੀ ਹੈ ਫਿਊਚਰਿਸਟਿਕ ਹੈ ਔਰ ਮੈਂ ਜਿਹੜੀ ਗੱਲ ਕਹੀ ਹੈ ਪ੍ਰਾਈਵੇਟ ਸੈਕਟਰ ਤੇ ਪਬਲਿਕ ਸੈਕਟਰ 'ਚ ਬੈਲੈਂਸ ਰੱਖਣ ਲਈ ਜਿਹੜਾ ਇੰਬੈਲੈਂਸ ਹੋ ਗਿਆ ਪੰਜਾਬ ਵਿੱਚ ਉਹ ਹੁਣ ਮੈਕਸੀਮਮ ਜਨਰੇਸ਼ਨ ਜਿਹੜੀ ਹੈ ਉਹ ਪਬਲਿਕ ਸੈਕਟਰ ਸਟੇਟ ਸੈਕਟਰ 'ਚ ਹੋਣੀ ਚਾਹੀਦੀ ਹੈ in renewable and coal sector within the boundaries of the state ਜੀ ਸਵਾਲ ਬੜੇ ਗੰਭੀਰ ਨੇ ਤੁਹਾਡੇ ਪਾਵਰ ਸੈਕਟਰ ਰਿਫਾਰਮਸ ਫੋਰਮ ਦੇ ਕਨਵੀਨਰ ਭੁਪਿੰਦਰ ਸਿੰਘ ਵਿਸਤਾਰਪੂਰਵਕ ਸਾਨੂੰ ਜਾਣਕਾਰੀ ਦੇ ਰਹੇ ਸਨ ਔਰ ਪ੍ਰੈਜ਼ੈਂਟ ਪਾਵਰਕਾਮ ਮੈਨੇਜਮੈਂਟ ਉੱਤੇ ਵੀ ਉਹ ਸਵਾਲ ਚੁੱਕ ਰਹੇ ਸਨ ਉਹਨਾਂ ਵੱਲੋਂ ਪਲੈਨਿੰਗ ਨਹੀਂ ਕੀਤੀ ਕਿ ਜਿਸ ਦੇ ਫਲਸਰੂਪ ਜਿਹੜੀ ਬਿਜਲੀ ਦੀ ਘਾਟ ਹੋ ਰਹੀ ਹੈ ਔਰ ਬਿਜਲੀ ਦੇ ਕੱਟ ਲੱਗ ਰਹੇ ਨੇ ਉਹ ਭੁਗਤਣਾ ਪਏਗਾ ਪੰਜਾਬ ਨੂੰ ਆਉਂਦੇ ਦਿਨਾਂ ਤੱਕ ਕੱਟ ਲੰਬੇ ਲੱਗਣੇ ਕਿਉਂਕਿ 2000 ਦੇ ਕਰੀਬ ਮੈਗਾਵਾਟ ਦਾ ਡੈਫੀਸ਼ੀਟ ਭੁਪਿੰਦਰ ਸਿੰਘ ਦੱਸ ਰਹੇ ਨੇ ਜੇ ਇਹ ਥਰਮਲ ਪਲਾਂਟ ਚੱਲਦੇ ਰਹੇ ਜੇ ਇਹਨਾਂ 'ਚੋਂ ਕੋਈ ਤਕਨੀਕੀ ਖਰਾਬੀ ਨਾ ਹੋਈ ਤਾਂ ਵੀ 2000 ਮੈਗਾਵਾਟ ਦੀ ਕਮੀ ਰਹੇਗੀ ਔਰ ਪਾਵਰ ਕੱਟ ਲੰਬੇ ਲੱਗਣਗੇ ਭੁਪਿੰਦਰ ਸਿੰਘ ਉਹਨਾਂ ਨੇ ਕਾਫੀ ਅੱਛੇ ਸੁਝਾਅ ਵੀ ਦਿੱਤੇ ਔਰ ਇਹਨਾਂ ਸੁਝਾਵਾਂ 'ਤੇ ਪੰਜਾਬ ਸਰਕਾਰ ਕੀ ਅਮਲ ਕਰਦੀ ਹੈ ਜਾਂ ਪਾਵਰਕਾਮ ਮੈਨੇਜਮੈਂਟ 'ਤੇ ਕੀ ਅਸਰ ਹੁੰਦਾ ਹੈ ਇਹ ਵੇਖਣ ਵਾਲੀ ਗੱਲ ਹੋਏਗੀ ਦੇਸ਼ ਤੇ ਦੁਨੀਆ ਦੀ ਖਬਰਾਂ ਲਈ ਬਣੇ ਰਹੋ ਤੁਸੀਂ PTC ਨਿਊਜ਼ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ।